श्री वाहिगुरु गुरु गरीब नवाज गुरु ग्रंथ साहिब जीओ महाराज। एक ओंकार सतनाम करता पुरख निर्भव निर्वैर। अकाल मूरत अजूनी सैभं गुर प्रसाद जपो। आद सच जुगाद सच है भी सच। नानक होसी भी सच। श्लोक डंडौत बंदन अनक वार सर्व कला समरथ। डोलना ते राखो प्रभु। नानक दे कर हाथ। फिरत फिरत प्रभ आया। परया कौशल नाय। नानक की प्रभ बेनती। अपनी भक्ति लाई। लख खुशियां पातशाहियां। जे सतगुर नगर करे। निमुख एक हर नाम दे। मेरा मन तन शीतल होए। तुम शरणाई आया ठाकुर तुम शरणाई आया। शरणाई आया ठाकुर तुम शरणाई आया। शरणाई आया ठाकुर तुम शरणाई आया। शरणाई आया ठाकुर तुम शरणाई
गयो मेरे मन का पंखा, मिल गयो मेरे मन का पंखा, मिल गयो मेरे मन का पंखा, मिल गयो मेरे मन का, मिल गयो मेरे मन का पंखा, मिल गयो मेरे मन का। जब ते दर्शन पाया सतगुरु तुम चरनाई आया, तुम चरनाई आया, सतगुरु तुम चरनाई आया, चरनाई आया, सतगुरु तुम चरनाई आया, तुम चरनाई आया, सतगुरु तुम चरनाई आया, सतगुरु तुम चरनाई वाहिगुरु धन वाहिगुरु, 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 वाहिगुरु धन वाहिगुरु धन वाहिगुरु, वाहिगुरु धन वाहिगुरु, वाहिगुरु धन वाहिगुरु, वाहिगुरु धन वाहिगुरु, वाहिगुरु वाहिगुरु, वाहिगुरु वाहिगुरु, वाहिगुरु वाहिगुरु। जपो सारे की रचना प्रकट करो। वाहिगुरु वाहिगुरु, 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 वाहिगुरु
ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨੀ। 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 ਅੰਤਰਜਾਮੀ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨੀ। 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 ਮਨੋ ਮਨ ਕੀ ਪੂਰੇ ਨੀ। ਸ਼ਰਦਾ 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 ਮਨ ਕੀ ਪੂਰੇ ਨੀ। ਅੰਤਰਜਾਮੀ ਪੁਰਖ ਵਿਦਾਤੇ 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 ਸ਼ਰਦਾ ਮਨ ਕੀ ਪੂਰੇ ਨੀ। ਜੁਗੋ ਜੁਗ ਅਟਲ ਚਵਰ ਤਖਤ ਛਤਰ ਜੀ ਦੇ ਮਾਲਕ, ਸਰਬ ਮਨੁੱਖਤਾ ਨੂੰ ਗਿਆਨ ਦੇਣ ਵਾਲੇ, ਲੋਕ ਪਰਲੋਕ ਦੇ ਰੱਖਿਅਕ, ਕਿਰਪਾਲੂ ਦਿਆਲੂ ਸਮਰੱਥ ਗੁਰੂ ਪ੍ਰਤੱਖ ਗੁਰੂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਨਦਰ ਹੁੰਦੀ ਹੈ, ਫਿਰ ਇਹੋ ਜਿਹੇ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ। ਜੇ ਗੁਰੂ ਦੀ ਨਦਰ ਪੈਂਦੀ ਹੈ, ਕਿਉਂਕਿ ਹੈ ਹੀ ਸਭ ਕੁਝ ਗੁਰੂ ਕਰਕੇ, ਗੁਰੂ ਤੋਂ ਬਿਨਾਂ ਹੈ ਹੀ ਕੁਛ ਨਹੀਂ। ਉਹੀ ਤੇ ਪੈਦਾ ਕਰਨ ਵਾਲਾ ਹੈ, ਉਹੀ ਸ੍ਰਿਸ਼ਟੀ ਦਾ ਮਾਲਕ ਹੈ। ਆਓ ਰਸਨਾ ਪਵਿੱਤਰ ਕਰੋ, ਬਿਰਤੀਆਂ ਨੂੰ ਮਨੋ ਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਕੁਝ ਸਮੇਂ ਲਈ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਭਾਗਾਂ ਵਾਲਾ ਪਰਿਵਾਰ ਹੈ ਕਿ ਗੁਰੂ ਦੇ ਸ਼ੁਕਰਾਨੇ ਵਜੋਂ ਗੁਰੂ ਦੀ ਬਾਣੀ ਦੀ ਓਟ ਆਸਰਾ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਏ, ਜਿੱਥੋਂ ਗਿਆਨ ਮਿਲਣਾ। ਪ੍ਰੋਗਰਾਮ ਦੁਨੀਆ ਕਰਦੀ ਹੈ ਗੁਰਮੁਖੋ, ਜਿਨ੍ਹਾਂ ਦਾ ਮਤਲਬ ਕੋਈ ਨਹੀਂ ਹੁੰਦਾ, ਅਰਥ ਕੋਈ ਨਹੀਂ ਹੁੰਦਾ,
ਨੱਚਣ ਕੁੱਦਣ ਮਨ ਕਾ ਚਾਉ ਜ਼ਰੂਰ ਹੈ। ਕਰਦੀ ਹੈ ਦੁਨੀਆ ਪਰ ਕਿਤੇ ਗੁਰੂ ਦਾ ਵੀ ਖਿਆਲ ਰੱਖਣਾ ਚਾਹੀਦਾ ਜਿਹਨੇ ਦਾਤ ਦਿੱਤੀ ਹੈ। ਕੱਲੀ ਪੁੱਤਰ ਦੀ ਦਾਤ ਨਹੀਂ, ਹੋਰ ਬੜੀਆਂ ਦਾਤਾਂ ਸਤਿਗੁਰੂ ਜੀ ਬਖਸ਼ਦੇ ਆ ਸਾਨੂੰ। ਘਰ ਬਖਸ਼ਦੇ ਆ, ਕੋਠੀਆਂ ਬਖਸ਼ਦੇ ਆ, ਕਾਰਾਂ ਬਖਸ਼ਦੇ ਆ, ਰੁਜ਼ਗਾਰ ਬਖਸ਼ਦੇ ਆ, ਸਤਿਕਾਰ ਬਖਸ਼ਦੇ ਆ। ਗੁਰੂ ਤੇ ਹੈ ਹੀ ਦਇਆਲ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਅਰ ਸੋਭਾ, ਚਿੰਤਾ ਲਾਹੇ ਹਮਾਰੀ। ਗੁਰੂ ਤਾਂ ਚਿੰਤਾ ਲਾ ਦਿੰਦਾ, ਪਰ ਤੇਰੀ ਸ਼ਰਧਾ ਹੋਣੀ ਚਾਹੀਦੀ, ਪਰ ਤੇਰਾ ਵਿਸ਼ਵਾਸ ਹੋਣਾ ਚਾਹੀਦਾ, ਤੇਰਾ ਭਰੋਸਾ ਹੋਣਾ ਚਾਹੀਦਾ, ਤੇਰਾ ਇੱਕ ਤੇ ਦ੍ਰਿੜ ਇਰਾਦਾ ਹੋਣਾ ਚਾਹੀਦਾ। ਗੁਰੂ ਤੇ ਦਾਤਾਂ ਦਿੰਦਾ ਹੈ, ਪਰ ਕਿਤੇ ਨਾ ਕਿਤੇ ਸਾਡੇ 'ਚ ਕਮੀ ਰਹਿ ਜਾਂਦੀ ਹੈ। ਗੁਰਮੁਖੋ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਗੁਰੂ ਤੇ ਪਾਰਸ ਹੈ, ਜਿਹੜਾ ਇਹਦੇ ਨਾਲ ਜੁੜ ਜਾਂਦਾ, ਤਰ ਜਾਂਦਾ, ਸੋਨਾ ਬਣ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ਼ਰਨ ਵਿੱਚ ਅਸੀਂ ਆਉਂਦੇ ਹਾਂ, ਕਾਮ ਦੀ ਸ਼ਰਨ ਵਿੱਚ ਆਉਂਦਾ ਮਨੁੱਖ, ਕ੍ਰੋਧ ਦੀ ਸ਼ਰਨ ਵਿੱਚ ਆਉਂਦਾ, ਲੋਭ ਦੀ ਸ਼ਰਨ ਵਿੱਚ ਆਉਂਦਾ, ਹੰਕਾਰ ਦੀ ਸ਼ਰਨ ਵਿੱਚ ਆਉਂਦਾ। ਕਿਤੇ ਆਓ ਲਾਈਟ ਆਉਂਦੀ ਉਹਨਾਂ ਚ ਸਿਮਰਨ ਕਰੀਏ। ਜਪੋ ਸਤਨਾਮ ਸਤਨਾਮ ਸਤਨਾਮ, ਕਰ ਰਿਹਾ ਸੀ ਕਿ ਅਸੀਂ ਸ਼ਰਨ ਵਿੱਚ ਆਉਂਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸ਼ਰਨ ਵਿੱਚ ਆਉਂਦਾ, ਕਿਤੇ ਗੁਰੂ ਦੀ ਸ਼ਰਨ ਵਿੱਚ ਆ ਜਾਏ। ਅਸਲ ਵਿੱਚ ਸ਼ਰਨ ਆਉਣਾ ਕੀ ਹੈ? ਆਪਾਂ ਪੜ੍ਹਦੇ ਆ ਨਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਸਲ ਵਿੱਚ ਦਰਸ਼ਨ ਹੈ ਕਿ ਗੁਰਮੁਖੋ? ਗੁਰੂ ਦੇ ਦਰਸ਼ਨ ਕਰਨਾ, ਗੁਰੂ ਦੀ ਗੱਲ ਨੂੰ ਸਮਝਣਾ ਕਿ ਗੁਰੂ ਕਹਿੰਦਾ ਕੀ ਹੈ, ਸ਼ਬਦ ਨੂੰ ਸਮਝਣਾ, ਵਿਚਾਰ ਕਰਕੇ ਬਾਣੀ ਨੂੰ ਪੜ੍ਹਨਾ ਹੀ ਅਸਲ ਵਿੱਚ ਦਰਸ਼ਨ ਕਹਿੰਦੇ ਆ। ਉਦਾਂ ਅਸੀਂ ਭਾਵੇਂ ਨਮਸਕਾਰ ਕਰਦੇ ਹਾਂ, ਗੁਰੂ ਦਾ ਸਤਿਕਾਰ ਕਰਦੇ ਹਾਂ, ਕਰਨਾ ਚਾਹੀਦਾ,
ਡੰਡੌਤ ਕਰ ਭਾਵੇਂ ਲੰਬਾ ਪੈ ਕੇ ਕਰ ਗੁਰੂ ਹੈ, ਸਤਕਾਰ ਕਰ ਭਾਵੇਂ ਮਹਿੰਗਾ ਚੰਦੋਆ ਚੜਾ, ਦੇਗ ਕਰਾ ਗੁਰੂ ਨੂੰ। ਪਰ ਜੇ ਸ਼ਬਦ ਨਾ ਮੰਨਿਆ ਗੁਰੂ ਦਾ, ਫਿਰ ਕਰਮ ਕਾਂਡ ਬਣ ਕੇ ਰਹਿ ਜਾਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਰਮ ਕਾਂਡੀ ਜਦੋਂ ਸ਼ਬਦ ਦੀ ਪ੍ਰਤੀਤ ਨਾ ਆਈ, ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਗੁਰੂ ਜੀ ਦਾ ਬਚਨ, ਭਾਵੇਂ 100 ਗੇੜੇ ਲਾ ਲਾ ਗੁਰਦੁਆਰੇ ਦੇ। ਮਹਾਰਾਜ ਕਹਿੰਦੇ ਆ ਕਿ ਜੇ ਤੈਨੂੰ ਸ਼ਬਦ ਦੀ ਪ੍ਰਤੀਤ ਨਾ ਆਈ, ਇਸ ਕਰਕੇ ਜਿੱਥੇ ਵੀ ਕਥਾ ਕੀਰਤਨ ਹੁੰਦਾ ਇੱਕ ਵਾਰੀ ਟਿਕ ਕੇ ਸੁਣ ਲੈ, ਤੇ ਜੇ ਇੱਕ ਸ਼ਬਦ ਵੀ ਤੇਰੇ ਮਨ ਵਿੱਚ ਵਸ ਗਿਆ ਤੇ ਤੇਰਾ ਜੀਵਨ ਬਦਲ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਜੀਵਨ ਬਦਲਦੀ ਹੈ ਗੁਰਮੁਖੋ। ਗੁਰਬਾਣੀ ਹੈ ਨਾ ਜਿਹੜੀ, ਇਹ ਸੁਣਨ ਤੇ ਸਮਝਣ ਦਾ ਵਿਸ਼ਾ ਹੈ। ਸੁਣ ਕੇ ਗੁਰਬਾਣੀ ਨੂੰ ਸਮਝਣਾ। ਪਿੱਛੇ ਪਤਾ ਕਿਉਂ ਰਹਿ ਗਏ ਅਸੀਂ? ਜਿਹੜੇ ਸਮਝਦੇ ਨਹੀਂ, ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਨਹੀਂ। ਕਿਤੇ ਵਿਚਾਰ ਕੇ ਵੇਖ ਲੈਂਦਾ ਤੇ ਜਪਜੀ ਸਾਹਿਬ ਵਿੱਚ ਹੀ ਬ੍ਰਹਮ ਦਾ ਗਿਆਨ ਹੈ, ਇੱਕ ਸ਼ਬਦ ਵਿੱਚ ਬ੍ਰਹਮ ਦਾ ਗਿਆਨ ਹੈ। ਲੋਕ ਜਾਣਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਗੁਰਬਾਣੀ ਬ੍ਰਹਮ ਦੀ ਵਿਚਾਰ ਹੈ। ਕੱਲ ਵੀ ਮੈਂ ਇੱਕ ਥਾਂ ਪ੍ਰੋਗਰਾਮ ਤੇ ਸੀ, ਮੈਂ ਉੱਥੇ ਥੋੜਾ ਜਿਹਾ ਰੌਲਾ ਪੈ ਰਿਹਾ ਸੀ। ਆਪ ਜੀ ਦਾ ਬਹੁਤ ਸ਼ੁਕਰ ਹੈ, ਧੰਨਵਾਦ ਹੈ, ਆਪ ਜੀ ਟਿਕ ਕੇ ਬੈਠੇ ਹੋ। ਮੈਂ ਕਿਹਾ ਵੀ ਇਹ ਮਨੋਰੰਜਨ ਲਈ ਨਹੀਂ ਹੈ। ਗੁਰੂ ਦੇ ਗੀਤ ਅਸੀਂ ਮਨੋਰੰਜਨ ਲਈ ਕਰ ਸਕਦੇ ਹਾਂ, ਉੱਥੇ ਮਨੋਰੰਜਨ ਹੁੰਦਾ, ਰੌਲਾ ਪੈਂਦਾ ਆ, ਪਰ ਇਹ ਤਾਂ ਸਮਝਣ ਵਾਸਤੇ ਹੈ। ਇਹ ਕੋਈ ਫਾਰਮੈਲਿਟੀ ਨਹੀਂ ਹੈ ਗੁਰਮੁਖੋ, ਇਹ ਤਾਂ ਪ੍ਰਤੱਖ ਗੁਰੂ ਨਾਨਕ ਹੈ। ਅਸੀਂ ਪ੍ਰਗਟ ਗੁਰਾਂ ਕੀ ਦੇਹ ਕਿਉਂ ਮੰਨਦੇ ਆ? ਵੀ ਏਦਾਂ ਮੰਨ, ਪ੍ਰਤੱਖ ਮੰਨ ਗੁਰੂ ਨੂੰ, ਵੀ ਪ੍ਰਗਟ ਗੁਰਾਂ ਕੀ ਦੇਹ ਆ ਤੇ ਗੁਰੂ ਨਾਨਕ ਮੈਨੂੰ ਸਮਝਾ ਰਿਹਾ ਹੈ। ਕਦੇ ਸਰੀਰ ਕਰਕੇ ਸਮਝਾਉਂਦੇ ਸੀ ਸੱਚੇ ਪਾਤਸ਼ਾਹ, ਅੱਜ ਸ਼ਬਦ ਰਾਹੀਂ ਸਮਝਾ ਰਹੇ ਆ। ਵਚਨ ਤੇ ਉਹੀ ਹੈ ਨਾ, ਪਰ ਕਿਤੇ ਸਾਡੇ ਅੰਦਰ ਸ਼ਰਧਾ ਪੈਦਾ ਹੋ ਜਾਏ। ਸਤਿਗੁਰ ਮਹਾਪੁਰਖ ਹੈ ਪਾਰਸ, ਜੋ ਲਾਗੈ ਸੋ ਫਲ ਪਾਵੈ ਗੁਰੂ। ਸਤਿਗੁਰੂ ਮਹਾਪੁਰਖ ਪਾਰਸ ਹੈ, ਜਿਹੜਾ ਇਸ ਪਾਰਸ ਨਾਲ ਜੁੜ ਗਿਆ। ਕਿਤੇ ਜਾਣ ਦੀ ਲੋੜ ਨਹੀਂ ਹੈ ਗੁਰਮੁਖੋ, ਪਰ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ ਕਿਤੇ। ਤਾਂ ਹੀ ਤੇ ਕਹਿੰਦੇ ਸਮਝੋ ਗੁਰਬਾਣੀ ਨੂੰ, ਸਮਝੋ। ਕਿਉਂ ਕਿਹਾ ਜਾਂਦਾ? ਕਿਉਂਕਿ ਪਿੰਡਾਂ ਵਿੱਚ 5 ਬਾਣੀਆਂ ਦਾ ਨਿਤਨੇਮ ਹੁੰਦਾ। ਕੋਈ ਵਿਰਲਾ ਗੁਰਮੁਖੀ ਹੈ ਜਿਹਨੇ ਸਮਝਿਆ ਕਿ ਜਪਜੀ ਸਾਹਿਬ ਕੀ ਕਹਿੰਦਾ, ਕਿ ਜਾਪ ਸਾਹਿਬ ਕੀ ਕਹਿੰਦਾ, ਚੌਪੀ ਸਾਹਿਬ ਕੀ ਕਹਿੰਦਾ। ਵਿਰਲੇ ਮਨੁੱਖਾਂ ਨੂੰ ਸਮਝ ਆਉਂਦੀ ਹੈ, ਨਹੀਂ ਤੇ ਸਿੱਖ ਜਾਂਦੇ ਬਾਣੀ। ਲੋਕ ਬਹੁਤ ਸਮਝ ਆਉਂਦੇ। ਅੰਮ੍ਰਿਤ ਵੇਲੇ ਪੜ੍ਹਦੇ ਆ ਨਾ ਬਾਬਾ ਜੀ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ, ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਮੈਂ ਕੀ ਹੋ ਜਾ ਅੱਗੇ ਰੱਖਾਂ ਸੱਚੇ ਪਾਤਸ਼ਾਹ, ਤੇਰੇ ਦਰਬਾਰ ਦੀ ਝਲਕ ਪਵੇ। ਮਹੌਕੇ ਬੋਲਣ ਬੋਲੀ ਹੈ, ਮੈਂ ਮੂੰਹੋਂ ਕੀ ਬੋਲਾਂ। ਜਿਤ ਸੁਣ ਧਰੇ ਪਿਆਰ, ਤੇਰੇ ਨਾਲ ਪ੍ਰੀਤ ਬਣ ਜਾਏ ਸਤਿਗੁਰੂ ਜੀ। ਫਿਰ ਜਵਾਬ ਦਿੰਦੇ ਆ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਅੰਮ੍ਰਿਤ ਵੇਲੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਿਆ ਕਰ, ਉਹਦੀ ਉਸਤਤ ਕਰਿਆ ਕਰ। ਪਾਰਸ ਬਣ ਜਾਏਗਾ ਕਦੇ ਬਾਣੀ ਧਿਆਨ ਨਾਲ ਪੜ੍ਹਨੀ ਸ਼ੁਰੂ ਕਰ ਦੇ। ਕੀ ਕਹਿੰਦੇ ਆ ਸੱਚੇ ਪਾਤਸ਼ਾਹ? ਸਤਿਗੁਰ ਮਹਾਪੁਰਖ ਹੈ ਪਾਰਸ। ਤੂੰ ਤਾਂ ਪਾਰਸ ਬਣ ਜਾਏਗੀ, ਤੂੰ ਤਾਂ ਪਾਰਸ ਬਣ ਜਾਏਗੀ, ਜਿੰਦੜੀਏ ਪੜ ਸਤਿਗੁਰ ਦੀ ਬਾਣੀ। ਤੂੰ ਤਾਂ ਪਾਰਸ ਬਣ ਜਾਏਗੀ, ਜਿੰਦੜੀਏ ਪੜ ਸਤਿਗੁਰ ਦੀ ਬਾਣੀ। ਤੂੰ ਤਾਂ ਪਾਰਸ ਬਣ ਜਾਏਗੀ, ਜਿੰਦੜੀਏ ਪੜ ਸਤਿਗੁਰ ਦੀ ਬਾਣੀ। ਤੂੰ ਤਾਂ ਪਾਰਸ ਬਣ ਜਾਏਗੀ, ਜਿੰਦੜੀਏ ਪੜ ਸਤਿਗੁਰ ਦੀ ਬਾਣੀ। ਤੂੰ ਤਾਂ ਪਾਰਸ ਬਣ ਜਾਏਗੀ, ਜਿੰਦੜੀਏ ਪੜ ਸਤਿਗੁਰ ਦੀ ਬਾਣੀ।
ਪੜ੍ਹ ਸਤਿਗੁਰ ਦੀ ਬਾਣੀ ਸਤਿਗੁਰ ਮਹਾਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈਗੋ। ਉਹ ਗੁਰਮੁਖੋਂ ਮਨ ਚਿੰਦੇ ਫਲ ਪ੍ਰਾਪਤ ਕਰਦੇ ਆ ਜਿਹੜੇ ਜੁੜ ਜਾਂਦੇ ਆ। ਕਿਤੇ ਪ੍ਰੀਤ ਕਰਨੀ ਆ ਜੇ ਗੁਰੂ, ਕਿਤੇ ਸਮਝਣ ਆ ਜੇ, ਤੂੰ ਵਿਚਾਰ ਕਰਕੇ ਵੇਖ ਗੁਰਬਾਣੀ ਦੀ ਵਿਆਖਿਆ ਬਿਨਾ ਗੁਰਮੁਖੋਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਵੀ ਸੱਚੇ ਪਾਤਸ਼ਾਹ ਕੀ ਸਮਝਾਉਣਾ ਚਾਹੁੰਦੇ ਆ। ਮੱਥਾ ਟੇਕਣਾ ਸਤਿਕਾਰ ਹੈ, ਟੇਕੋ, ਪਰ ਕਿਤੇ ਸਮਝਣਾ ਸ਼ੁਰੂ ਕਰ ਦਈਏ। ਵੱਡੇ ਭਾਗ ਨੇ ਕਿ ਅਸੀਂ ਗੁਰੂ ਨੂੰ ਚੇਤੇ ਰੱਖਦੇ ਆ। ਜੇ ਪ੍ਰੀਤ ਸਿੱਖਣੀ ਆ ਨਾ ਗੁਰਮੁਖੋਂ ਪ੍ਰੀਤ, ਤਾਂ ਕਿਤੇ ਪੜ੍ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ, ਕਿ ਸਾਲਸਰਾਏ ਜੌਹਰੀ ਵਰਗਿਆਂ ਨੇ ਪ੍ਰੀਤ ਕੀਤੀ ਗੁਰੂ ਨਾਲ। ਜਦੋਂ ਪਤਾ ਲੱਗ ਗਿਆ ਵੀ ਪੂਰਾ ਗੁਰੂ ਹੈ, ਪਤਾ ਤੇ ਹੈ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਗੁਰੂ ਹੈ, ਸਮਰੱਥ ਗੁਰੂ ਹੈ, ਪਰ ਗੁਰਮੁਖੋ ਸਾਡੀ ਸ਼ਰਧਾ ਹੋਣੀ ਚਾਹੀਦੀ ਹੈ, ਸਾਡਾ ਵਿਸ਼ਵਾਸ ਹੋਣਾ ਚਾਹੀਦਾ, ਸਾਡਾ ਭਰੋਸਾ ਹੋਣਾ ਚਾਹੀਦਾ। ਇੱਥੇ ਸ਼ਰਧਾ ਦੇ ਬੇੜੇ ਪਾਰ ਹੁੰਦੇ ਆ ਜਿਨ੍ਹਾਂ ਨੇ ਗੁਰੂ ਤੇ ਸ਼ਰਧਾ ਰੱਖੀ ਹੈ। ਕਿਤੇ ਇੱਕ ਤਾਂ ਭਰੋਸਾ ਹੋ ਜਾਏ, ਕਿਤੇ ਮਨ ਟਿਕ ਜਾਏ। ਬ੍ਰਹਮ ਦਾ ਗਿਆਨ ਗੁਰੂ ਛੱਡ ਕੇ ਗੁਰਮੁਖੋ ਜਾਈਏ ਤੇ ਸਮਝਿਆ ਨਹੀਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ। ਕਿਤੇ ਵਿਚਾਰ ਕੇ ਵੇਖ ਲੈ ਗੁਰਬਾਣੀ। ਸੱਚੇ ਪਾਤਸ਼ਾਹ ਜਦੋਂ ਅਸੀਂ ਪੜ੍ਹਦੇ ਆ ਨਾ ਅਰਥ ਗੁਰਬਾਣੀ ਦੇ ਗੁਰਮੁਖੋ, ਫਿਰ ਗਿਆਨ ਮਿਲਦਾ ਕਿ ਇਦੋਂ ਵੱਡਾ ਪਾਰਸ ਕੋਈ ਨਹੀਂ ਹੈ। ਪਾਰਸ ਜੋ ਚੀਜ਼ ਨਾਲ ਲੱਗ ਜਾਂਦੀ ਹੈ ਸੋਨਾ ਬਣਾ ਦਿੰਦੀ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਹਿੰਦੇ ਦੇਵਤਿਆਂ ਵਰਗਾ ਜੀਵਨ ਬਣ ਜਾਏਗਾ ਜੇ ਜ਼ਿੰਦਗੀ ਉਵੇਂ ਦੀ ਉਵੇਂ ਹੈ। ਜ਼ਿੰਦਗੀ ਜਿਉਣ ਦਾ ਚੱਜ ਨਾ ਆਇਆ ਤੇ ਗੁਰਬਾਣੀ ਤੋਂ ਅਸੀਂ ਕੀ ਸਿੱਖਿਆ ਗੁਰਮੁਖੋ? ਬਾਣੀ ਤੇ ਸਾਨੂੰ ਨਿਤ ਸਮਝਾਉਂਦੀ ਹੈ, ਪਰ ਅਸੀਂ ਕਹਿੰਦੇ ਆ ਅਰਦਾਸ ਕਰਦੇ ਆ ਇਹ ਸੱਚੇ ਪਾਤਸ਼ਾਹ ਕਿਰਪਾ ਕਰੀ ਭਲਾ ਕਰੀ। ਪਰ ਗੁਰੂ ਦੀ ਗੱਲ ਨੂੰ ਵਿਚਾਰ ਕੇ ਤਾਂ ਵੇਖ ਪਹਿਲਾਂ ਜੋ ਲਿਖਿਆ ਕੀ ਹੈ ਸ਼ਬਦ ਦੇ ਅੰਦਰ। ਜਿੱਦੇ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਉਦੋਂ ਤੈਨੂੰ ਸਮਝ ਆ ਜਾਏਗੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ। ਜੀਵਨ ਨਾ ਬਦਲਿਆ ਤੇ ਸਿੱਖਿਆ ਕੁਛ ਨਹੀਂ। ਸਾਲਸਰਾਏ ਜੌਹਰੀ ਨੇ ਪ੍ਰੀਤ ਕੀਤੀ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਘਰ ਲਗਿਆ ਤੇ ਗੁਰਮੁਖੋਂ ਘਰੋਂ ਭੇਜਣ ਨੂੰ ਜੀ ਨਹੀਂ ਕਰਦਾ ਸੀ। ਪਾਠ ਅਸੀਂ ਵੀ ਕਰਾਉਂਦੇ ਆ। ਪ੍ਰਕਾਸ਼ ਕਰਾ ਕੇ ਭੋਗ ਪੈਣ ਵਾਲੇ ਦਿਨ ਤੋਂ ਪਹਿਲਾਂ ਸ਼ਾਮ ਨੂੰ ਪੁੱਛਦੇ ਆ, ਬਾਬਾ ਜੀ ਪਾਠ ਪੜਿਆ ਗਿਆ? ਤੜਕੇ 9 ਵਜੇ ਭੋਗ ਪਾ ਦਿਆਂਗੇ। ਬਾਬੇ ਨੇ ਤਾਂ ਪੜ ਲਿਆ, ਪਰ ਤੈਂ ਕੀ ਸਿੱਖਿਆ? ਬਾਬੇ ਨੇ ਤਾਂ ਬਹੁਤ ਪੜਿਆ। ਬਾਬਾ ਤੇ ਲਾਉਂਦਾ ਰਿਹਾ 4-4 5-5 ਘੰਟੇ 6-6 ਘੰਟੇ ਪੜ੍ਹਦਾ ਰਿਹਾ। ਟਾਈਮ ਤੇ ਜ਼ਰੂਰ ਨੋਟ ਕਰ ਲੈਂਦਾ, ਪਰ ਸਿੱਖਦਾ ਕੁਛ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਗੁਰਮੁਖੋ ਗੁਰਬਾਣੀ ਸਮਝਣ ਵਾਸਤੇ ਹੈ, ਸਾਡੇ ਵਾਸਤੇ। ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਇਹ ਗਿਆਨ ਮਨੁੱਖਤਾ ਦੇ ਮਨ ਤੱਕ ਪਹੁੰਚੇ, ਫਿਰ ਗੱਲ ਬਣਦੀ। ਚੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕੱਲਾ ਪਰਲੋਕ ਦੇ ਨਹੀਂ, ਲੋਕ ਵਿੱਚ ਵੀ ਸਿਖਾਉਂਦੇ ਆ ਜ਼ਿੰਦਗੀ ਜਿਉਣਾ ਬੰਦੇ ਨੂੰ, ਵੀ ਕਿੱਦਾਂ ਦਾ ਜੀਵਨ ਜਿਉਣਾ। ਦੇਵਤਾਂ ਵਰਗੇ ਮਨੁੱਖ ਬਣ ਜਾਂਦੇ ਆ। ਘਰ ਵਿੱਚ ਕੋਈ ਨਸ਼ਾ ਨਹੀਂ ਰਹਿੰਦਾ ਜਿਹੜੇ ਗੁਰਬਾਣੀ ਪੜ੍ਹਦੇ ਆ। ਘਰ ਵਿੱਚ ਕੋਈ ਕਲੇਸ਼ ਨਹੀਂ ਰਹਿੰਦਾ ਜਿਹੜੇ ਗੁਰਬਾਣੀ ਪੜ੍ਹਦੇ ਆ।
पर 50-50 साल हो जाते आ, गोल कराल मत्था ला के मुड़ आउंदा, पता ही नहीं लगता भी सतगुरु जी दस दे की आखो सतनाम। हुक्मनामा नहीं सुनिया बह के, बिना ज्ञान तो बंदा हुक्मनामा साहब दे विचों उठ के तुर पैंदा। गुरु साहब जी बोल रहे होंगे, सतगुर आयो शरण तुहारी, मिले सूख नाम और शोभा, चिंता लाहे हमारी। सुख शोभा चिंता लै जाती है। हुण बच्चे नूं इदां थोड़ा कह के भेजिया, कदे भी टीचर दे दर्शन कराया कर, प्रिंसीपल दे दर्शन कराया कर, ते बेटा बहुता लैक्चर सुनने की लोड़ नहीं है। तो अपने बच्चे नूं कदे नहीं कहा ना, इदां कहने भी फीस बहुत भारी भरदे हैं तेरी, बेटा एक एक गल नूं समझिया कर, तैनूं टीचर की कहिंदे आ। इदां बच्चे नूं कदे नहीं कहा ना भी दर्शन करके मुड़ाया कर। फिर गुरुद्वारा भी गुरमत दा सकूल है, गुरु दे दर्शन करके ना मुड़िया कर, गुरु की गल भी सुन लिया कर। आखो सतनाम। गुरु किरपा करे, गुरु बख्शिश करे, अरदास करया कर। किरपा गुरु की हुंदी है, जोड़न वाला वो है। अपने दिमाग नाल बंदा कुछ भी नहीं कर सकता, क्योंकि करन कराउण वाला तो परमात्मा है। पर तू अरदास जरूर करया कर, सच्चे पातशाह विवेक बुद्ध बख्श। मंगदे आ ना विवेकवान विचारवान बुद्धि जिन्हों कहते हैं, विचारवान बुद्ध कितों मिलती है? सच्चे पातशाह तो भी चंगा माड़ा सोचना आ जाता बंदे नूं जदों बंदा अर्थ पढ़दा है गुरबाणी दे, जदों बंदा सिखदा कुछ। इस करके गुरबाणी समझण लई है प्रीत कीती, साल सराय जौहरी ने गुरमुखो। गुरु नानक देव महाराज सच्चे पातशाह, धन श्री गुरु गोबिंद सिंह महाराज जी का जन्म पटना साहिब बिहार की धरती ते ही क्यों होया? बाकी गुरुआं दे जन्म पंजाब की धरती ते भी होए, पर गुरु गोबिंद सिंह महाराज सच्चे पातशाह जी का अवतार ही पटना साहिब बिहार की धरती ते क्यों होया? क्योंकि कदे पहले जामे विच वचन कीते सी किसे नाल, वो वचन पूरे कीते सच्चे पातशाह जी ने। जदों गुरु नानक देव महाराज सच्चे पातशाह जांदे आ पटना साहिब ते बार बार बैठे आ, मरदाने नूं भुख लगी। असल मरदाने नूं भुख नहीं लगती सी, गुरु नानक देव जी महाराज दुनिया की भुख मिटा सकते सी ते गुरु नानक देव महाराज जी की भी भुख मिटा सकते सी। उहदी भुख दे अंदर किसी नूं तारन दा बहाना छुपिया हुंदा सी, भुख दे कारण कोई ना कोई दरदा सी। मरदाना कहना महाराज भुख बड़ी लगी है, कुछ माया दो शहर विचों जाके कुछ छकियाईए। महाराज कहते दुनियावी माया नहीं है अपने को, कहते अपने चरण मारदे इदां मिट्टी दे अंदर ते गुरमुखो एक लाल लभ्या हीरा, ते मरदाने नूं फड़ाता, लै मरदानिया बेचिया ते कुछ ना कुछ छक लई इहदा। हुण मरदाना लाल लैके चल पिया बाजार विच, कदे किसे दुकान ते जांदा, कदे किसे दुकान ते जांदा, हरेक नूं परख नहीं सी ना। जिवें सानू भी हीरे जन्म की परख नहीं है, बहुत ही कीमती मनुखा जन्म है। मनुख बड़ा महत्वपूर्ण गुरमुखो, ये बार बार जन्म नहीं मिलता। मनुखा जन्म कोई मिल जाना कोई आम गल नहीं है। मनुखा जन्म मिलिया ते बहुत वड्डी बख्शिश है परमात्मा दी। ते शब्द ते सुरत दे मेल नूं ही सिੱਖੀ किया जाता है। अपनी सुरत शब्द नाल जोड़ के रख, कुछ ना कुछ लाहा लै जा संसार ते आया ते। हुण मरदाना जांदा दुकानां ते, परख नहीं हरेक नूं। कोई कहंदा बट्टा चक्की फिरना बाबा, इहदा कुछ भी नहीं आउणा। पहुंचदा पहुंचदा पारखू कोल पहुंच जांदा साल सराय जौहरी, जिहड़ा हीरे लालां दी परख करन जाणदा। जदों विखाया ना मरदाने ने जाके भी आ लै लै लाल मैथों लै लो महाराज, कुछ ना कुछ खाण नूं दिओ, कुछ ना कुछ माया दिओ। साल सराय जौहरी ने वेखिया भी बड़ा महंगा लाल लई फिरदा, भोला जिहा बंदा। कहंदा बाबा ये लाल मैं नहीं खरीद सकदा, जे असीं सारे जौहरी इकट्ठे हो के इहनूं खरीदना चाहिए ना तां भी नहीं खरीद सकदे। कहंदा फिर, कहंदा आ लै 100 रुपए
ਰੁਪਏ ਆਪਾਂ ਹੁਣ ਸਮਝਣ ਵਾਸਤੇ ਕਹਿੰਦੇ ਆ, ਉਦੋਂ ਰੁਪਏ ਨਹੀਂ ਕਿਹਾ ਜਾਂਦਾ ਸੀ, ਉਦੋਂ ਮਾਇਆ ਦਾ ਕੁਝ ਹੋਰ ਕਈ ਨਾਮ ਹੁੰਦੇ ਸੀ, ਕੋਈ ਰਜਤਪਣ ਕਹਿੰਦਾ ਸੀ, ਕੋਈ ਕੁਝ ਕਹਿੰਦਾ, ਏਦਾਂ ਦੇ ਨਾਮ ਹੁੰਦੇ। ਪਰ ਰੁਪਈਏ ਆਪਾਂ ਹੁਣ ਸਮਝਣ ਵਾਸਤੇ ਕਹਿੰਦੇ ਆ। ਤੇ ਗੁਰਮਖੋ ਸਾਲਸਰਾਏ ਜੌਹਰੀ ਕਹਿੰਦਾ ਜੀ ਦਰਸ਼ਨੀ ਭੇਟਾ ਲੈ ਜਾ। ਮਰਦਾਨਾ ਕਹਿੰਦਾ ਇਹ ਵੀ ਠੀਕ ਆ, ਚਲੋ ਦਰਸ਼ਨ ਕਰਾ ਦਿਆ ਕਰਾਂਗੇ, ਕੁਛ ਨਾ ਕੁਛ ਮਿਲ ਜਾਇਆ ਕਰੇਗਾ, ਇਹ ਵੀ ਕੰਮ ਵਧੀਆ ਚੱਲ ਪਏਗਾ। ਵਾਪਸ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ, ਕਹਿੰਦਾ ਮਹਾਰਾਜ ਖਰੀਦਿਆ ਕਿਸੇ ਨੇ ਨਹੀਂ, ਪਰ ਇਹਦੀ ਦਰਸ਼ਨੀ ਭੇਟਾ ਦਿੱਤੀ ਹੈ ਤੇ ਵਧੀਆ ਚੀਜ਼ ਹੈ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਦਾਂ ਨਹੀਂ ਕਰਨਾ, ਅਸੀਂ ਹੱਕ ਖਾਣਾ, ਪਰਾਇਆ ਹੱਕ ਨਹੀਂ ਖਾਣਾ। ਦੁਨੀਆ ਨੂੰ ਕੀ ਸਿਖਾਵਾਂਗੇ ਆਪਾਂ? ਪਰਾਇਆ ਹੱਕ ਨਹੀਂ ਖਾਣਾ। ਜਾਂ ਤੇ ਲਾਲ ਵੇਚ ਕੇ ਆਉਂਦਾ ਜਾਂ ਫਿਰ ਮਾਇਆ ਨਾ ਲੈ ਕੇ ਆਉਂਦਾ। ਕਹਿੰਦਾ ਆ ਲਓ ਮਹਾਰਾਜ, ਮਰਦਾਨਾ ਇਮਾਨਦਾਰ ਬੜਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਪਿਆਰ ਨਿਭਾਉਣਾ, ਯਾਰੀ ਨਿਭਾਉਣੀ ਕਿਤੇ ਛੋਟੀ ਗੱਲ ਹੈ? ਮਰਦਾਨੇ ਵਰਗਾ ਯਾਰ ਕਿਸੇ ਗੁਰੂ ਨਾਨਕ ਦੇ ਹਿੱਸੇ ਆਉਂਦਾ ਹੈ। ਕਹਿੰਦੇ ਮਰਦਾਨਿਆਂ ਜਾ ਵਾਪਸ ਕਰਕੇ ਆ। ਵਾਪਸ ਕਰਨ ਚਲਾ ਗਿਆ। ਸਾਲਸਰਾਏ ਜੌਹਰੀ ਨੂੰ ਜਾ ਕੇ ਕਹਿੰਦਾ ਵੀ ਮੇਰਾ ਬਾਬਾ ਇਹ ਨਹੀਂ ਰੱਖਦਾ। ਯਕੀਨ ਆ ਗਿਆ, ਭਰੋਸਾ ਆ ਗਿਆ। ਕਹਿੰਦਾ ਕਲਯੁਗ ਦੇ ਵਿੱਚ ਇਹੋ ਜਿਹਾ ਕਿਹੜਾ ਬਾਬਾ ਆ ਗਿਆ ਜਿਹੜਾ ਮਾਇਆ ਨੂੰ ਠੋਕਰਾਂ ਮਾਰਦਾ ਹੈ? ਇਹੋ ਜਿਹਾ ਕਿਹੜਾ ਬਾਬਾ? ਨਾਲ ਚਲਿਆ ਗਿਆ। ਜਾ ਕੇ ਜਦੋਂ ਮੱਥਾ ਟੇਕਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਬਖਸ਼ ਲਓ, ਇੰਨਾ ਮਹਿੰਗਾ ਲਾਲ ਅਸੀਂ ਨਹੀਂ ਖਰੀਦ ਸਕਦੇ। ਕਹਿੰਦੇ ਤੈਨੂੰ ਪਰਖ ਹੈ ਲਾਲ ਦੀ? ਕਹਿੰਦਾ ਹਾਂ। ਕਹਿੰਦੇ ਹੀਰੇ ਲਾਲ ਹੀ ਪਰਖਦਾ ਹੈ ਕਿ ਕਦੇ ਮਨੁੱਖਾ ਜਨਮ ਹੀਰੇ ਦੀ ਵੀ ਪਰਖ ਕੀਤੀ ਹੈ? ਆਖੋ ਸਤਨਾਮ ਵਾਹਿਗੁਰੂ। ਇਹਦੀ ਵੀ ਪਰਖ ਕੀਤੀ ਹੈ। ਕਹਿੰਦਾ ਮਹਾਰਾਜ ਕੋਈ ਪਰਖਾਉਣ ਵਾਲਾ ਮਿਲਿਆ ਹੀ ਨਹੀਂ, ਕਿਸੇ ਨੇ ਕਿਹਾ ਹੀ ਨਹੀਂ। ਹੀਰੇ ਲਾਲ ਦੀ ਪਰਖ ਨੇ ਆਈ, ਤੁਸੀਂ ਕਰਾ ਦਿਓ ਤੇ ਮੇਰੇ ਘਰ ਚੱਲੋ ਤੇ ਦੁਨੀਆ ਨੂੰ ਸਿੱਧੇ ਰਾਹ ਪਾਓ ਤੇ ਮੇਰੇ ਘਰ ਰਹੋ ਜਾ ਕੇ। ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਚਲੇ ਜਾਂਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਵੇਲੀ ਵਿੱਚ ਚਲੇ ਜਾਂਦੇ ਆ ਤੇ ਪ੍ਰਚਾਰ ਕਰਦੇ। ਏਦਾਂ ਬਹਿ ਜਾਂਦੇ ਸੀ ਕਿਤੇ ਜਾ ਕੇ ਤੇ ਨੇੜੇ ਨੇੜੇ ਫਿਰ ਪ੍ਰਚਾਰ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੁਨੀਆ ਨੂੰ ਸਿੱਧੇ ਰਸਤੇ ਪਾਉਂਦੇ। ਦੱਸਦੇ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ, ਸਿੱਧੇ ਰਸਤੇ ਪਾਉਂਦੇ ਦੁਨੀਆ ਨੂੰ। ਫੇਰ ਆ ਜਾਂਦੇ ਤੇ ਸਾਲਸਰਾਏ ਜੌਹਰੀ ਨੇ ਰੱਜ ਕੇ ਸੇਵਾ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਜ ਕੇ ਸੇਵਾ ਕਰਦਾ ਹੈ। ਤੇ ਗੁਰਮੁਖੋ ਗੁਰੂ ਸਾਡੇ ਘਰ ਵੀ ਆਉਂਦਾ, ਅਸੀਂ ਵੀ ਸੇਵਾ ਕਰਦੇ ਹਾਂ। ਇਹ ਉਹੀ ਗੁਰੂ ਨਾਨਕ ਹੈ। ਸਾਨੂੰ ਭਰੋਸਾ ਹੋਣਾ ਚਾਹੀਦਾ ਗੁਰਮੁਖੋ। ਅਸੀਂ ਵੀ ਸੇਵਾ ਕਰਦੇ ਹਾਂ ਤੇ ਬਹਿ ਕੇ ਜੇ ਸ਼ਬਦ ਸੁਣਨ ਦਾ ਸਮਾਂ ਨਹੀਂ ਤੇ ਗੁਰਮੁਖੋ ਪਾਠ ਕਰਾਉਣ ਦਾ ਕੀ ਫਾਇਦਾ? ਕੋਈ ਘਰ ਵਿੱਚ ਰਿਸ਼ਤੇਦਾਰ ਵੀ ਆ ਜਾਏ, ਆਪਾਂ ਉਹਨੂੰ ਪੁੱਛੀਏ ਨਾ, ਉਹ ਵੀ ਕਹਿੰਦਾ ਵੀ ਮੈਂ ਗਿਆ ਤੇ ਸੀ, ਮੈਨੂੰ ਬਹੁਤਾ ਪੁੱਛਿਆ ਨਹੀਂ ਉਹਨਾਂ ਨੇ। ਇੱਥੇ ਆਪ ਜੀ ਆਏ ਹੋ, ਕਿਸੇ ਨੂੰ ਨਾ ਬੁਲਾਇਆ ਜਾਵੇ ਨਾ ਭਾਈ ਮਹਿੰਦਰ ਸਿੰਘ ਜੀ ਤੋਂ, ਕਹਿਣਗੇ ਲੈ ਗਏ ਤੇ ਸੀ, ਚੱਜ ਨਾਲ ਬੁਲਾਇਆ ਹੀ ਨਹੀਂ ਮੈਨੂੰ। ਇੱਕ ਆਮ ਬੰਦਾ ਗੁੱਸੇ ਹੋ ਸਕਦਾ ਹੈ ਤੇ ਗੁਰੂ ਦੀ ਖੁਸ਼ੀ ਕਿੱਥੋਂ ਲੈ ਲਾਂਗੇ ਗੁਰਮਖੋ? ਗੁਰੂ ਕੋਲ ਬੈਠੀਏ ਨਾ, ਐਡੇ ਅਮੋਲਕ ਵਚਨ ਗੁਰੂ ਕਾ ਵਜ਼ੀਰ ਗ੍ਰੰਥੀ ਸਿੰਘ ਪੜ੍ਹਦਾ ਹੋਵੇ, ਕੋਈ ਸ਼ਬਦ 10 ਮਿੰਟ ਸੁਣ ਬਹਿ ਕੇ, 20 ਮਿੰਟ ਸੁਣ ਬਹਿ ਕੇ, ਕੁਝ ਨਾ ਕੁਝ ਸਮਾਂ ਤੇ ਬਾਣੀ ਸੁਣ। ਸਮਝੇ ਤੋਂ ਬਿਨਾਂ ਤੇ ਭਰਮਾਂ ਵਿੱਚ ਪਏ ਹੋਏ ਆ। ਤੇ ਗੁਰਮਖੋ ਗੁਰਬਾਣੀ ਸਮਝੀ ਨਹੀਂ ਤਾਂ ਹੀ ਭਰਮਾਂ ਵਿੱਚ ਪੈ ਗਏ। ਨਹੀਂ ਸਾਡਾ ਗੁਰੂ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪਿਤਾ ਮੰਨਦੇ ਹੋਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤੇ ਫੇਰ ਵੀ ਸਿੱਖ ਕਿਤੇ ਹੋਰ ਜਾ ਕੇ ਮੱਥੇ ਟੇਕੇ, ਕਿਤੇ ਸ਼ਰਧਾ ਨਾਲ ਅੰਦਰੋਂ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ। ਭਰਮਾਂ 'ਚ ਪਤਾ ਕਿਉਂ ਪਏ ਹੋਏ ਆ? ਕਿਉਂਕਿ ਗੁਰਬਾਣੀ ਨੂੰ ਚੰਗੀ ਤਰ੍ਹਾਂ ਵੇਖਿਆ ਨਹੀਂ, ਦਰਸ਼ਨ ਨਹੀਂ ਕੀਤੇ। ਸਮਝੀ ਗੁਰਬਾਣੀ ਨਾ ਭਰਮਾਂ ਵਿੱਚ ਪੈ ਗਈ ਦੁਨੀਆ। ਸਮਝੀ ਗੁਰਬਾਣੀ ਨਾ ਭਰਮਾਂ ਵਿੱਚ ਪੈ ਗਈ ਦੁਨੀਆ। ਸਮਝੀ ਗੁਰਬਾਣੀ ਨਾ ਭਰਮਾਂ ਵਿੱਚ ਪੈ ਗਈ ਦੁਨੀਆ। ਸਮਝੀ ਗੁਰਬਾਣੀ ਨਾ
ਜਾਂਦਾ। ਹੁਣ ਸਾਲਸਰਾਏ ਜੌਹਰੀ ਬਾਚਨ ਸੁਣਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਮੈਂ ਬੇਨਤੀ ਕਰ ਰਿਹਾ ਸੀ ਕਿ ਪਟਨਾ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਨਮ ਕਿਉਂ ਲੈਣਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕਰਦਾ ਤੇ ਬਾਚਨ ਸੁਣਦਾ। ਹੁਣ ਕਾਫੀ ਟਾਈਮ ਹੋ ਗਿਆ ਰੱਜ ਕੇ ਸੇਵਾ ਕੀਤੀ, ਅਸੀਂ ਵੀ ਸੇਵਾ ਕਰਿਆ ਕਰੀਏ। ਪਹਿਲੀ ਗੱਲ ਤੇ ਟਾਈਮ ਐਡਜਸਟ ਕਰੋ। ਤੁਹਾਡੇ ਕੋਲ ਟਾਈਮ ਹੈ ਨਾ ਸੁਣਨ ਦਾ, ਜਦੋਂ ਵਿਹਲੇ ਹੋ ਵੀ ਹੁਣ ਟਾਈਮ ਹੈ ਪਾਠ ਕਰਵਾਈਏ, ਫਿਰ ਬਹਿ ਕੇ ਪਾਠ ਸੁਣੀਏ। ਥੋੜਾ ਬਹੁਤਾ ਗਿਆਨ ਹਰ ਗੁਰੂ ਕੇ ਵਜ਼ੀਰ ਨੂੰ ਹੁੰਦਾ ਹੈ। ਕੁਝ ਸਰਲ ਸ਼ਬਦ ਹੁੰਦੇ ਆ, ਉਹਨਾਂ ਦੇ ਅਰਥ ਤਾਂ ਦੱਸ ਹੀ ਸਕਦਾ। ਜਿਹੜਾ ਰੋਜ਼ ਬਾਣੀ ਬੰਦਾ ਪੜ੍ਹਦਾ ਕੁਝ ਨਾ ਕੁਝ ਅਰਥ ਤਾਂ ਹੁੰਦੇ ਹੀ ਹੁੰਦੇ ਕਿ ਬਾਬਾ ਜੀ ਕੋਈ ਨਾ ਕੋਈ ਸ਼ਬਦ ਸਮਝਾਓ ਗੁਰਬਾਣੀ ਦਾ। ਏਦਾਂ ਪੁੱਛਿਆ ਕਰੇ। ਚਾਹ ਵੀ ਪੁੱਛਦੇ ਆ, ਪ੍ਰਸ਼ਾਦਾ ਵੀ ਪੁੱਛਦੇ ਆ, ਪਰ ਇਹ ਕੋਈ ਪੁੱਛਦਾ ਵੀ ਬਾਬਾ ਜੀ ਕੋਈ ਸ਼ਬਦ ਗੁਰਬਾਣੀ ਦਾ ਦੱਸੋ, ਬਾਬਾ ਜੀ ਕੋਈ ਸ਼ਬਦ ਸਮਝਾਓ ਗੁਰਬਾਣੀ ਦਾ। ਸੇਵਾ ਕੀਤੀ ਤੇ ਅੱਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਾਲਸਰਾਏ ਹੁਣ ਅਸੀਂ ਜਾਣਾ, ਹੋਰ ਬੜੇ ਕਾਰਜ ਕਰਨ ਵਾਲੇ ਪਏ, ਹੁਣ ਸਾਨੂੰ ਆਗਿਆ ਦੇ ਤੇ ਅਸੀਂ ਜਾਣਾ। ਗੁਰਮੁਖੋ ਸ਼ਬਦ ਸੁਣਿਆ ਨਹੀਂ ਗਿਆ ਸਾਲਸਰਾਏ ਤੋਂ, ਸੱਚੇ ਪਾਤਸ਼ਾਹ ਜਾ ਰਹੇ ਹੋ, ਤੁਸੀਂ ਘਰ ਛੱਡ ਕੇ ਜਾ ਰਹੇ ਹੋ। ਮੇਰਾ ਬਹੁਤ ਰੌਣਕਾਂ ਲੱਗੀਆਂ ਸੀ, ਬੜੇ ਪ੍ਰਵਚਨ ਤੁਸੀਂ ਸੁਣਾਉਂਦੇ ਸੀ ਰੋਜ਼, ਤੇ ਫਿਰ ਹੁਣ ਕਦੋਂ ਆਉਂਗੇ। ਸਾਲਸਰਾਏ ਜੌਹਰੀ ਪੁੱਛਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਦੋਂ ਆਉਂਗੇ। ਕਹਿੰਦੇ ਸਾਲਸਰਾਏ ਤੂੰ ਪਿਆਰ ਹੀ ਇੰਨਾ ਕੀਤਾ ਹੈ ਕਿ ਸਾਡਾ ਮਨ ਜਿੱਤ ਲਿਆ। ਗੁਰੂ ਦੀ ਖੁਸ਼ੀ ਲੈ ਲੈਣੀ, ਗੁਰੂ ਦੀ ਪ੍ਰਸੰਨਤਾ ਲੈ ਲੈਣੀ, ਇਹ ਕੋਈ ਛੋਟੀ ਗੱਲ ਨਹੀਂ ਹੈ। ਗੁਰੂ ਦੀ ਖੁਸ਼ੀ ਲੈਣੀ ਹੈ ਤੇ ਤਨ ਮਨ ਅਰਪਣ ਕਰ ਦੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਹ ਗੁਰਸਿੱਖ ਮਿੱਤਰਾ ਗੁਰੂ ਦੀ ਚਾਲੀ ਤੇ ਚੱਲ, ਜੋ ਗੁਰੂ ਕਹਿੰਦਾ ਉਹ ਕਰ। ਮੱਥਾ ਗੁਰੂ ਨੂੰ ਟੇਕਦਾ ਤੇ ਕਰਦਾ ਮਨ ਦੀ ਮਰਜ਼ੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਵਿਸ਼ਵਾਸ ਕਰਕੇ ਦੇਖ ਲੈ, ਕਿਤੇ ਜਾਣ ਦੀ ਲੋੜ ਨਹੀਂ। ਕਹਿੰਦਾ ਮਹਾਰਾਜ ਹੁਣ ਆਉਂਗੇ ਕਦੋਂ। ਸੱਚੇ ਪਾਤਸ਼ਾਹ ਕਹਿੰਦੇ ਇਹ ਜਾਮੇ 'ਚ ਤੇ ਨਹੀਂ ਆਇਆ ਜਾਣਾ, ਆਵਾਂਗੇ ਜ਼ਰੂਰ, ਪਰ 10ਵੇਂ ਜਾਮੇ ਵਿੱਚ ਜਨਮ ਹੀ ਤੇਰੇ ਘਰ ਲਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਨਮ ਹੀ ਤੇਰੇ ਘਰ ਲਵਾਂਗੇ। ਅੱਜ ਉਹ ਸਾਲਸਰਾਏ ਜੌਹਰੀ ਦੀ ਹਵੇਲੀ ਆ, ਪਟਨਾ ਸਾਹਿਬ ਦੀ ਧਰਤੀ ਤੇ ਗੁਰਮੁਖੋ ਕਦੋਂ ਆਉਂਗੇ ਮਹਾਰਾਜ ਜੀ। ਕਹਿੰਦੇ ਜਨਮ ਹੀ ਤੇਰੇ ਘਰ ਲਾਵਾਂਗੇ, ਤੇਰੇ ਮਨ ਦੀ ਆਸ ਜ਼ਰੂਰ ਪੂਰੀ ਕਰਾਂਗੇ। ਕਿਹਾ ਗੁਰਾਂ ਨੇ ਮਨ ਤੇਰੇ ਦੀ ਆਸ ਪੁਗਾਵਾਂਗੇ। ਕਿਹਾ ਗੁਰਾਂ ਨੇ ਮਨ ਤੇਰੇ ਦੀ ਆਸ ਪੁਗਾਵਾਂਗੇ। ਕਿਹਾ ਗੁਰਾਂ ਨੇ ਮਨ ਤੇਰੇ ਦੀ ਆਸ ਪੁਗਾਵਾਂਗੇ।
ਪ੍ਰੀਤ ਬਣ ਜਾਂਦੀ ਹੈ। ਜਦੋਂ ਗੁਰਸਿੱਖ ਨੂੰ ਭਰੋਸਾ ਆ ਜਾਂਦਾ ਕਿ ਜੋ ਤੂੰ ਕਰ ਰਿਹਾ ਉਹ ਚੰਗਾ ਕਰਦਾ, ਜੋ ਉਹਨੂੰ ਚੰਗੀ ਲੱਗਦੀ ਹੈ ਉਹ ਦਾਤ ਜ਼ਰੂਰ ਦਿੰਦਾ। ਗੁਰੂ ਉਹ ਦਾਤਾਂ ਦਿੰਦਾ ਹੈ, ਪਰ ਬੰਦਾ ਕਈ ਵਾਰੀ ਫੇਰ ਮਾਣ ਕਰ ਜਾਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਦਾਤਾਂ ਤੇ ਉਹ ਦਿੰਦਾ, ਪਰ ਦਾਤਾਂ ਨਾਲ ਹੀ ਜੁੜ ਕੇ ਰਹਿ ਜਾਂਦਾ, ਦਾਤੇ ਨੂੰ ਭੁੱਲ ਜਾਂਦਾ। ਪਰ ਦਾਤੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਸਭ ਕੁਝ ਉਹਦੀ ਕਿਰਪਾ ਹੈ। ਬੰਦਾ ਕਹਿੰਦਾ ਮੇਰਾ ਦਿਮਾਗ ਕੰਮ ਕਰ ਰਿਹਾ, ਦਿਮਾਗ ਵੀ ਤੇ ਉਹਦੀ ਬਖਸ਼ਿਸ਼ ਹੈ। ਬੰਦਾ ਕਹਿੰਦਾ ਦਿਮਾਗ ਖੋਲੋ, ਫਿਰ ਇੱਥੇ ਮਾਨਸਿਕ ਰੋਗੀ ਬੜਿਆ ਗੁਰੂ, ਉਹਨਾਂ ਦਾ ਵੀ ਜੀ ਕਰਦਾ ਵੀ ਦਿਮਾਗ ਖੋਲੀਏ। ਸਭ ਉਹਦੀਆਂ ਬਖਸ਼ਿਸ਼ਾਂ ਨੇ, ਡਿਊਟੀਆਂ ਲਾਉਣ ਵਾਲਾ ਉਹ ਹੈ ਜਿਹਨੇ ਸ੍ਰਿਸ਼ਟੀ ਸਾਜੀ ਹੈ। ਸਭ ਕੰਮਕਾਰ ਜੋ ਅਸੀਂ ਕਰ ਰਹੇ ਹਾਂ ਉਹਦੀ ਰਜ਼ਾ 'ਚ ਹੋ ਰਿਹਾ, ਸਭ ਕੁਝ ਉਹਦੇ ਹੁਕਮ ਅੰਦਰ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕਦੇ ਆਪਣੇ ਦਿਮਾਗ ਤੇ ਮਾਣ ਨਾ ਕਰ ਬੈਠੀ। ਕੰਮ ਤੈਨੂੰ ਔੜਦਾ ਤਾਂ ਹੈ ਜੇ ਤੇਰਾ ਮਾਈਂਡ ਕੰਮ ਕਰਦਾ ਹੈ, ਜੇ ਤੈਨੂੰ ਵਿਵੇਕ ਬੁੱਧ ਪਰਮਾਤਮਾ ਨੇ ਬਖਸ਼ੀ ਹੈ। ਕੰਮ ਤੇ ਤਾਂ ਤਿਆਰ ਹੋ ਕੇ ਜਾਣਾ ਜੇ ਉਹਨੇ ਦਿਮਾਗ ਬਖਸ਼ਿਆ। ਹੱਥ ਤਾਂ ਕੰਮ ਕਰਦੇ ਆ ਜੇ ਉਹਨੇ ਦਿਮਾਗ ਬਖਸ਼ਿਆ। ਕਲਮ ਤਾਂ ਚਲਾਉਣਾ ਦਫ਼ਤਰ ਵਿੱਚ ਜਾ ਕੇ ਜੇ ਉਹਨੇ ਦਿਮਾਗ ਬਖਸ਼ਿਆ। ਜੇ ਉਹ ਬੁੱਧੀ ਨਾ ਦਿੰਦਾ ਕੀ ਕਰ ਲੈਂਦੇ ਆਪਾਂ? ਜਨਮ ਉਹਨੇ ਦਿੱਤਾ ਹੈ। ਅੱਜ ਆਪਾਂ ਸ਼ੁਕਰਾਨਾ ਕਰ ਰਹੇ ਹਾਂ, ਪੁੱਤਰ ਦੀ ਦਾਤ ਕਿਹਨੇ ਦਿੱਤੀ? ਪਰਮਾਤਮਾ ਨੇ। ਤੇ ਉਹਦੇ ਰਿਜ਼ਕ ਦਾ ਪ੍ਰਬੰਧ ਵੀ ਉਹੀ ਕਰਦਾ। ਪਹਿਲੋਂ ਦੇਤਾ ਜੰਤੋ ਪਾਹਾ, ਪਿੱਛੋਂ ਦੇਤਾ, ਪਹਿਲੋਂ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਤੇਰੇ ਰਿਜ਼ਕ ਦਾ ਪ੍ਰਬੰਧ ਕਰਦਾ, ਮਾਂ ਨੂੰ ਦੁੱਧ ਦੀ ਬਖਸ਼ਿਸ਼ ਕਰਦਾ, ਫੇਰ ਬੱਚਾ ਜਨਮ ਲੈਂਦਾ। ਇਹ ਉਹਦੀਆਂ ਖੇਡਾਂ ਨੇ। ਜੇ ਕਹੀਏ ਵੀ ਪਰਮਾਤਮਾ ਬਾਰੇ ਜਾਣ ਲਾਂਗੇ ਅਸੀਂ, ਉਹਦਾ ਉਰਲਾ ਪਰਲਾ ਬੰਨਾ ਕੋਈ ਨਹੀਂ ਲੱਭ ਸਕਦਾ। ਉਹ ਤੇ ਬੜਾ ਸਮਰੱਥ ਹੈ, ਉਹ ਤੇ ਬੜਾ ਵੱਡਾ ਹੈ। ਸਾਹਿਬ ਹੱਥ ਵਡਿਆਈਆਂ, ਸਾਰੀਆਂ ਵਡਿਆਈਆਂ ਪਰਮਾਤਮਾ ਦੇ ਹੱਥ ਵਿੱਚ ਹਨ। ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਕਰਦਾ ਹੈ ਗੁਰਮੁਖੋ। ਅੱਜ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਕਿਹਾ ਕਿ ਅਸੀਂ ਜਨਮ ਹੀ ਤੇਰੇ ਕਰ ਲਵਾਂਗੇ। ਫਿਰ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਅੱਜ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ। ਕਿਉਂ? ਕਿਉਂਕਿ ਸਭ ਬਖਸ਼ਣ। ਕਦੇ ਸਾਡੀ ਖਾਤਰ ਘਰ ਛੱਡਿਆ, ਕਦੇ ਠੰਡ ਵਿੱਚ ਆਪਣਾ ਪਰਿਵਾਰ ਲੈ ਕੇ ਨਿਕਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਤਾਂ ਸ਼ੁਕਰਾਨਾ ਕਰਦੇ ਹਾਂ। ਅੱਜ ਜੇ ਘਰਾਂ ਦਾ ਆਨੰਦ ਮਾਣ ਰਹੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਅੱਜ ਜੇ ਸਾਡੇ ਬੱਚੇ ਰਜਾਈਆਂ ਦਾ ਨਿੱਘ ਮਾਣ ਰਹੇ ਆ ਗੁਰਮੁਖੋ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਅੱਜ ਜੇ ਆਪਣੇ ਬੱਚਿਆਂ ਦੇ ਸ਼ੇਰੇ ਬਣਦੇ ਆ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ। ਤਾਂ ਮਨਾਉਂਦੇ ਆ ਪ੍ਰਕਾਸ਼ ਦਿਹਾੜੇ ਸੱਚੇ ਪਾਤਸ਼ਾਹ ਜੀ ਦੇ। ਪ੍ਰਕਾਸ਼ ਹੋਇਆ, ਬੜਿਆਂ ਨੇ ਪ੍ਰੀਤ ਨਿਭਾਈ ਗੁਰਮੁਖੋ, ਗੈਰ ਧਰਮ ਦਿਆਂ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਭ ਦੇ ਸਾਂਝੇ ਸੀ। ਅੱਜ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਭ ਦੇ ਸਾਂਝੇ ਹੈ। ਗਿਆਨ ਲੈਣਾ ਨਾ ਲੈਣਾ ਇਹ ਤੇ ਮਨੁੱਖ ਦੀ ਆਪਣੀ ਮਰਜ਼ੀ ਹੈ। ਗੁਰਬਾਣੀ ਦਾ ਕੰਮ ਹੈ ਤਾਰਨਾ। ਇਸ ਸ਼ਬਦ ਨੂੰ ਹਿੰਦੂ ਪੜ੍ਹੇ, ਇਹਨੇ ਉਹਨੂੰ ਵੀ ਤਾਰ ਦੇਣਾ ਹੈ। ਗੁਰਬਾਣੀ ਮੁਸਲਮਾਨ ਪੜ੍ਹੇ, ਇਹਨੇ ਉਹਨੂੰ ਵੀ ਤਾਰ ਦੇਣਾ ਹੈ। ਇਹਨੂੰ ਸਿੱਖ ਪੜ੍ਹੇ, ਇਹਨੇ ਉਹਨੂੰ ਵੀ ਤਾਰ ਦੇਣਾ। ਨਹੀਂ ਬੰਦਾ ਕੋਲੇ ਰਹਿੰਦਾ ਵੀ ਭੁੱਖਾ ਰਹਿ ਜਾਂਦਾ। ਗੁਰੂ ਦਾ ਕੰਮ ਤੇ ਤਾਰਨਾ ਹੈ। ਕੋਈ ਪੜ੍ਹੇ, ਮੈਂ ਸਮਾਪਤੀ ਕਰਾਂਗਾ, ਸਮਾਂ ਹੋ ਚੁੱਕਾ ਹੈ। ਗੁਰੂ ਦਾ ਕੰਮ ਹੈ ਗੁਰਮੁਖੋ ਤਾਰਨਾ। ਫਿਰ ਪੀਰ ਭੀਖਨ ਸ਼ਾਹ ਨੂੰ ਪਤਾ ਲੱਗਦਾ ਹੈ ਤੇ ਗੁਰਮੁਖੋ ਗੁਰੂ ਦੇ ਦਰਸ਼ਨ ਕਰਨ ਲਈ ਆਉਂਦਾ ਹੈ। ਚੇਲੇ ਪੁੱਛਦੇ ਆ, ਪਹਿਲਾਂ ਪੱਛਮ ਵੱਲ ਸਿਜਦਾ ਕਰਦੇ ਸੀ, ਅੱਜ ਪੂਰਬ ਵੱਲ ਕਿਉਂ ਕਰ ਰਹੇ ਹੋ? ਕਹਿੰਦਾ ਅੱਜ ਅੱਲਾ ਦਾ ਨੂਰ, ਖੁਦਾ ਦਾ ਨੂਰ ਧਰਤੀ ਤੇ ਆਇਆ, ਮੈਂ ਨਮਸਕਾਰ ਕਰ ਰਿਹਾ ਉਦੋਂ। ਆਓ ਆਪਾਂ ਵੀ ਸਾਰੇ ਕਰੀਏ। ਪਟਨਾ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਪਟਨਾ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਪਟਨਾ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ
ਹੋ ਕੇ ਵੀ ਨਮਸਕਾਰ ਕਰਦਾ, ਵੰਦਨਾ ਕਰਦਾ ਗੁਰਮਖੋ। ਤੇ ਸਾਨੂੰ ਤੇ ਕਿੰਨੀ ਵਾਰ ਵੰਦਨਾ ਕਰਨੀ ਚਾਹੀਦੀ ਹੈ। ਰੋਜ਼ ਸਵੇਰੇ ਉੱਠ ਕੇ ਕਿਹਾ ਕਰੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ। ਗਏ ਤੇ ਜਾ ਕੇ ਕਿਹਾ ਮੈਨੂੰ ਦਰਸ਼ਨ ਕਰਵਾਓ। ਛੋਟੇ ਜਿਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਬੜੇ ਤਰਲੇ ਕੀਤੇ। ਕਹਿੰਦੇ ਆ ਕਿ ਦਰਸ਼ਨ ਕਰਵਾ ਦੇਾਂਗੇ ਵੀਰ ਜੀ, ਪਰ ਅਜੇ ਬੜੇ ਛੋਟੇ ਆ, ਤੁਸੀਂ ਠਹਿਰ ਕੇ ਆ ਜਾਓ। ਕਹਿੰਦਾ ਨਹੀਂ, ਮੇਰੀ ਜ਼ਿੰਦਗੀ ਭਾਵੇਂ ਬੀਤ ਜਾਏ ਪਰ ਮੈਂ ਦਰਸ਼ਨ ਕਰੇ ਬਿਨਾਂ ਨਹੀਂ ਜਾਵਾਂਗਾ। ਜਦੋਂ ਜ਼ਿਆਦਾ ਖਹਿੜਾ ਕੀਤਾ ਮੈਂ ਪੰਛੀ ਝਾਤ ਮਾਰ ਰਿਹਾ, ਪੂਰਾ ਇਤਿਹਾਸ ਨਹੀਂ ਕਿਉਂਕਿ ਸਮਾਪਤੀ ਕਰੀਏ। ਤੇ ਗੁਰਮਖੋ ਤਰਲੇ ਕੀਤੇ, ਕਿਹਾ ਕਿ ਫਿਰ ਚਲੋ ਕਰਵਾ ਦਿਓ ਦਰਸ਼ਨ। ਛੋਟੇ ਜਿਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ। ਪੀਰ ਭੀਖਮ ਸ਼ਾਹ ਨੂੰ ਦਰਸ਼ਨ ਕਰਵਾਉਂਦੇ ਆ, ਲੈ ਕੇ ਆਂਦੇ। ਜਦੋਂ ਕਹਿੰਦੇ 2 ਕੁੱਜੀਆਂ ਲੈ ਕੇ ਆਇਆ ਸੀ ਛੋਟੀਆਂ ਛੋਟੀਆਂ ਨਾਲ, ਇੱਕ ਵਿੱਚ ਪਾਣੀ ਪਾਇਆ ਤੇ ਇੱਕ ਵਿੱਚ ਦੁੱਧ ਪਾਇਆ ਹੋਇਆ। ਵੇਖਣਾ ਚਾਹੁੰਦਾ ਹੈ ਕਿ ਕਿੰਨਾਂ ਦੇ ਗੁਰੂ ਬਣਨਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿੰਨਾਂ ਦੇ ਗੁਰੂ ਬਣਨਗੇ। ਜਦੋਂ ਲਿਆਂਦਾ ਗਿਆ ਸੱਚੇ ਪਾਤਸ਼ਾਹ ਜੀ ਨੂੰ, ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨੇੜੇ ਕਰਨ ਲੱਗੇ ਨਾ, ਦੋਨੇ ਕੁੱਜੀਆਂ ਧਰੀਆਂ। ਪੀਰ ਜੀ ਦੱਸੋ ਤੇ ਸਹੀ ਕੀ ਵਜ੍ਹਾ, ਕੀ ਰਾਜ ਹੈ ਇਹਦੇ ਵਿੱਚ। ਕਹਿੰਦੇ ਆਪੇ ਪਤਾ ਲੱਗ ਜਾਏਗਾ। ਜਦੋਂ ਨੰਨੇ ਨੰਨੇ ਹੱਥ ਛੋਟੇ ਛੋਟੇ ਐਦਾਂ ਕੁੱਜੀਆਂ ਕੋੜ ਕਰਨ ਲੱਗੇ ਤੇ ਦੋਨੇ ਕੁੱਜੀਆਂ ਡਿੱਗ ਪਈਆਂ। ਦੁੱਧ ਤੇ ਪਾਣੀ ਕਹਿੰਦੇ ਮਿਕਸ ਹੋ ਗਿਆ, ਇੱਕ ਹੋ ਗਿਆ। ਪਤਾ ਲੱਗਿਆ, ਕਹਿੰਦਾ ਮੈਂ ਵੇਖਣਾ ਚਾਹੁੰਦਾ ਸੀ ਇਹ ਕੇਵਲ ਹਿੰਦੂਆਂ ਦੇ ਨਹੀਂ ਜਾਂ ਮੁਸਲਮਾਨਾਂ ਦੇ ਨਹੀਂ, ਇਹ ਤੇ ਸਭ ਦੇ ਸਾਂਝੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਬਣਨਗੇ। ਆ ਖੁਸ਼ੀਆਂ ਮਾਣ ਰਿਹਾ ਨਾ ਗੁਰਮਖੋ। ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਪੁੱਤਰ ਦੀ ਦਾਤ ਬਖਸ਼ੀ ਹੈ। ਭਾਵੇਂ ਕਿ ਧੀ ਹੋਵੇ ਪੁੱਤਰ ਹੋਵੇ, ਇੱਕੋ ਹੀ ਗੱਲ ਹੈ। ਸੱਚੇ ਪਾਤਸ਼ਾਹ ਦਾਤ ਦੇਵੇ। ਧੀਆਂ ਵੀ ਦਿੱਤੀਆਂ ਵਾਹਿਗੁਰੂ ਨੇ, ਪੁੱਤਰ ਦੀ ਵੀ ਦਾਤ ਬਖਸ਼ੀ ਹੈ। ਸ਼ੁਕਰਾਨਾ ਕਰਨਾ ਚਾਹੀਦਾ, ਸ਼ੁਕਰਾਨਾ ਕੀਤਾ। ਪਰ ਆ ਖੁਸ਼ੀਆਂ ਨਹੀਂ ਮਾਣ ਸਕਦੇ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਆਉਂਦੇ ਇਸ ਸੰਸਾਰ ਤੇ। ਅੱਜ ਗੱਲ ਹੋਰ ਹੋਣੀ ਸੀ। ਅੱਜ ਰੰਗਣਾ ਦਾ ਮੁਗਲਾਂ ਦਾ ਰਾਜ ਹੁੰਦਾ ਜੇ ਸੱਚੇ ਪਾਤਸ਼ਾਹ ਨਾ ਆਉਂਦੇ ਇਸ ਧਰਤੀ ਤੇ। ਸਾਡੇ ਘਰ ਸਾਡੀਆਂ ਇੱਜ਼ਤਾਂ ਸੇਫ ਨਹੀਂ ਸਨ। ਐਵੇਂ ਨਹੀਂ ਛੱਡਿਆ ਆਪਣਾ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ। ਕਿਤੇ ਯਾਦ ਕਰੀਏ, ਇਤਿਹਾਸ ਪੜ੍ਹੀਏ, ਬੜੀ ਵੱਡੀ ਬਖਸ਼ਿਸ਼ ਹੈ। ਆਪਣਾ ਪਰਿਵਾਰ ਵਾਰ ਦੇਣਾ, ਛੋਟੇ ਛੋਟੇ ਬੱਚੇ ਵਾਰ ਦੇਣੇ ਛੋਟੀ ਗੱਲ ਹੈ ਕਿਤੇ। ਆਓ ਲਾਸਟ ਧਾਰਨਾ ਪੜ੍ਹ ਕੇ ਫਿਰ ਅਰਦਾਸ ਹੋਣੀ ਹੈ। ਅੱਜ ਤੱਕ ਰਾਜ ਹੋਣਾ ਸੀ ਰੰਗਣ ਮੋਹਨ ਗੁਜਰਾਂ ਦਾ। ਅੱਜ ਤੱਕ ਰਾਜ ਹੋਣਾ ਸੀ ਰੰਗਣ ਮੋਹਨ ਗੁਜਰਾਂ ਦਾ। ਜਿੰਨਾ ਪਟਨੇ ਆਉਂਦੇ ਗੁਜਰੀ ਦੇ ਦੁਲਾਰੇ।
ਕਈ ਲੋਕ ਤਾਰੇ ਜਾਂਦੇ ਚੀਰ ਉਤਾਰੇ। ਜੇ ਤੂੰ ਰਾਖੀ ਦੇ ਲਈ ਖਾਲਸਾ ਪੰਥ ਸਜਾਉਂਦਾ ਨਾ, ਕਈ ਦਰੋਪਤਾਂ ਤੇ ਜਾਂਦੇ ਚੀਰ ਉਤਾਰੇ। ਸਵਾਓ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ। ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ, ਸਮੂਹ ਪਰਿਵਾਰ ਵੱਲੋਂ, ਇਹਨਾਂ ਦੇ ਬੇਟੇ ਭਾਈ ਕੁਲਦੀਪ ਸਿੰਘ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜੋ ਕਿ ਕਾਕਾ ਬਬਨਜੋਤ ਸਿੰਘ ਉਹਨਾਂ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲਿਆ। ਧੰਨਵਾਦ ਕੀਤਾ ਹੈ, ਸ਼ੁਕਰਾਨਾ ਕੀਤਾ ਹੈ। ਜਿੰਨੇ ਵੀ ਆਪ ਜੀ ਇਸ ਖੁਸ਼ੀ ਦੇ ਮੌਕੇ ਤੇ ਪਹੁੰਚੇ ਹੋ, ਸ਼ਹਿਰ ਨਿਵਾਸੀ ਸੰਗਤਾਂ ਦਾ, ਰਿਸ਼ਤੇਦਾਰਾਂ ਦਾ, ਸਤਿਕਾਰਯੋਗ ਗ੍ਰੰਥੀ ਸਿੰਘਾਂ ਦਾ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਬਹੁਤ ਬਹੁਤ ਧੰਨਵਾਦ। ਕੋਟਨ ਪਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਨਿੱਘੀ ਗੋਦ ਵਿੱਚ ਬੈਠਣ ਦਾ ਇਹ ਸੁਭਾਗਾ ਸਮਾਂ ਬਖਸ਼ਿਆ। ਬਸ ਜਿੱਥੇ ਆਪਣੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਪੜ੍ਹਾਉਂਦੇ ਆ, ਉੱਚੀਆਂ ਉੱਚੀਆਂ ਡਿਗਰੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉੱਥੇ ਕਿਤੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਪੜ੍ਹਾਈਏ। ਕਿਤੇ ਬੱਚਿਆਂ ਦੇ ਗੁਟਕਾ ਸਾਹਿਬ ਹੱਥ ਵਿੱਚ ਦੇ ਦਈਏ ਤਾਂ ਆਉਣ ਵਾਲੀਆਂ ਹਨੇਰੀਆਂ ਹਵਾਵਾਂ ਤੋਂ ਬਚ ਰਹਿਣਗੇ। ਤੇ ਆਪਣੇ ਬੱਚੇ ਫਿਰ ਅਰਦਾਸਾਂ ਕਰਾਉਂਦੇ ਆ ਕਿ ਬੱਚਾ ਸਿੱਧੇ ਰਾਹ ਤੇ ਲੱਗ ਜਾਏ, ਪਰ ਕਦੇ ਨਹੀਂ ਕਿਹਾ ਕਿ ਜਪਜੀ ਸਾਹਿਬ ਸਿੱਖ ਲੈ ਬੇਟਾ। ਅਰਦਾਸ ਕਰਾਉਣੇ ਆ, ਬੱਚਾ ਪੁੱਠੇ ਰਾਹ ਤੇ ਪੈ ਗਿਆ ਜੀ, ਅਰਦਾਸ ਕਰੋ, ਬਾਅਦ ਵਿੱਚ ਕੁਛ ਨਹੀਂ ਬਣਨਾ। ਜਦੋਂ ਟਾਣ ਬਣ ਜਾਂਦੇ ਆ, ਕੱਚੀਆਂ ਟਾਹਣੀਆਂ ਨੂੰ ਮੋੜਿਆ ਜਾ ਸਕਦਾ ਹੈ। ਜਿੱਥੇ PhD ਕਰਦਾ ਬੱਚਾ, ਉੱਥੇ ਨਾਲ ਨਾਲ ਜਪਜੀ ਸਾਹਿਬ ਪੜ੍ਹਾਉਣਾ ਸ਼ੁਰੂ ਕਰ ਦੇ। ਜਿੱਦੇ ਨੂੰ ਡਿਗਰੀ ਕਰੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹ ਜਾਏਗਾ, ਪਤਾ ਲੱਗ ਜਾਏਗਾ, ਮਾਇਆ ਆ ਜਾਏਗੀ, ਅਫਸਰ ਤੇ ਬਣ ਜਾਏਗਾ। ਪਰ ਉਹ ਮਾਇਆ ਦੇ ਨਸ਼ੇ ਤੋਂ ਬਚਣ ਲਈ ਤਾਂ ਬਾਣੀ ਦੀ ਲੋੜ ਹੈ। ਫਿਰ ਸਹੀ ਅਰਥਾਂ ਤੇ ਲਾਏਗਾ ਉਹਨੂੰ, ਫਿਰ ਸੇਵਾ ਕਰੇਗਾ, ਫਿਰ ਸਿਮਰਨ ਕਰੇਗਾ, ਫਿਰ ਤੁਹਾਡਾ ਸਤਿਕਾਰ ਕਰੇਗਾ। ਜੇ ਅੱਜ ਛੋਟੇ ਹੁੰਦਿਆਂ ਆਪਣੇ ਬੱਚੇ ਬੱਚੀਆਂ ਦੇ ਹੱਥਾਂ ਵਿੱਚ ਬਾਣੀ ਫੜਾ ਦੇਵੋਗੇ ਕਿ ਬੇਟਾ ਸਭ ਤੋਂ ਵੱਧ ਤਾਂ ਆਹ ਜ਼ਰੂਰੀ ਹੈ, ਬਾਣੀ ਵੀ ਪੜਿਆ ਕਰ। ਆਓ ਹੋਈਆਂ ਭੁੱਲਾਂ ਦੀ ਖਿਮਾ ਬੋਲਦਿਆਂ ਤੋਂ ਕੁਝ ਸ਼ਬਦ ਇਸ ਰਸਨਾ ਤੋਂ ਗਲਤ ਕਿਹਾ ਗਿਆ ਹੋਵੇ, ਸੰਗਤ ਔਰ ਸਤਿਗੁਰੂ ਜੀ ਬਖਸ਼ਣਯੋਗ ਹਨ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਵਿੱਚ ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।